And as far as Canada is concerned in the world, it is 28th now. Okay. So we are in Canada. We are very far behind from this. And if we see the data of defense spendings, जी. so USA is number one with $916 billion expenditure per year on their defense forces. Okay. Whereas India, we are fourth. We are spending $83.6 billion on our defense spendings. Right. However, Canada, it is 16th in the world. So that they are spending only 27.2 billion on their defense spendings. And ਉਹਦੇ ਵਿੱਚ no doubt America has been, as you both have said, traditionally dominant military force ਰਹੀ ਹੈਗੀ ਏ, ਪਰ ਕੀ ਹੋਰ ਦੇਸ਼ ਜਿਹੜੇ ਹੈਗੇ ਨੇ ਉਹ ਚੈਲੰਜ ਕਰ ਸਕਦੇ ਨੇ ਅੱਜ ਦੇ ਯੁੱਗ ਵਿੱਚ ਸੁਪਰੀਮੇਸੀ ਜਿਹੜੀ ਅਮਰੀਕਾ ਦੀ ਹੈਗੀ ਏ, ਜਿਸ ਤਰ੍ਹਾਂ ਰਸ਼ੀਆ ਤੇ ਚਾਈਨਾ ਦਾ ਜ਼ਿਕਰ ਚੱਲ ਰਿਹਾ ਹੈਗਾ ਕਿ ਦੇ ਕੈਨ ਜੁਆਇਨ ਹੈਂਡਸ ਐਂਡ ਸਪੈਸ਼ਲੀ ਨਾਓ ਅੰਡਰ ਪ੍ਰੈਜ਼ੀਡੈਂਟ ਟਰੰਪ ਅਸੀਂ ਦੇਖ ਰਹੇ ਹਾਂ ਕਿ ਰਸ਼ੀਆ ਦੇ ਨਾਲ ਹੱਥ ਫਰੈਂਡਸ਼ਿਪ ਦਾ ਵਧਾਇਆ ਜਾ ਰਿਹਾ ਸੋ ਇਸ ਦੇ ਨਾਲ ਸਮੀਕਰਨ ਜਿਹੜਾ ਹੈਗਾ ਕਿਵੇਂ ਬਦਲਦਾ ਹੈਗਾ ਮਿਲਟਰੀ ਸਟ੍ਰੈਟਜੀਜ਼ ਦਾ ਤੇ ਪੋਲਿਟਿਕਸ ਦਾ It's the biggest manufacturing hub in the world. So all these and another very important aspect about China is decision making is very quick. Unlike in democratic countries where if you have to take a big decision, it goes through through the parliament or through various studies. ਜਨ ਸਾਹਿਬ ਤੁਸੀਂ ਕੀ ਸੋਚਦੇ ਹੋ, ਵਾਟ ਡੂ ਯੂ ਥਿੰਕ ਕਿ ਕੀ ਇਹ ਧਮਕੀਆਂ ਨੇ ਡੋਨਲਡ ਟਰੰਪ ਵੱਲੋਂ ਤੇ ਕੀ ਵਾਕਈ 'ਚ ਹੀ ਯੂਰਪ ਜਾਂ ਹੋਰ ਜਿਹੜੇ ਮੁਲਕ ਨੇ ਹੁਣ ਆਪਣੀ ਡਿਫੈਂਸ ਸਪੈਂਡਿੰਗ ਵਧਾ ਦੇਣਗੇ? See, going back to what was just being discussed, ਜੀ. US withdrawing from NATO is just conjecture. Okay. ਇਸ ਤਰ੍ਹਾਂ ਜਲਦੀ ਨਾਲ ਇਹੋ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ ਹੈ ਜੀ. See, now there's this war going on, Ukraine war is going on, which will get over in the next few weeks and months. ਜੀ. Definitely. ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ। ਦੁਨੀਆ ਦੇ ਵਿੱਚ ਜਿਹੜਾ ਜਿਓ ਪੋਲੀਟੀਕਲ ਸਿਨੈਰੀਓ ਬੜਾ ਤੇਜ਼ੀ ਨਾਲ ਚੇਂਜ ਹੋ ਰਿਹਾ, ਖਾਸ ਤੌਰ 'ਤੇ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਉਹਨਾਂ ਵੱਲੋਂ ਇਹ ਕਹਿਣਾ ਕਿ ਨੇਟੋ ਤੋਂ ਵਿਡਰਾਅ ਕਰ ਸਕਦੇ ਨੇ ਜੇਕਰ ਮਿਲਟਰੀ ਸਪੈਂਡਿੰਗ ਨਾ ਵਧਾਈ ਗਈ ਮੁਲਕਾਂ ਵੱਲੋਂ। ਅਤੇ ਉਸ ਸੰਬੰਧ ਵਿੱਚ ਹਰ ਪਾਸੇ ਇਸ ਦੀ ਚਰਚਾ ਚੱਲ ਰਹੀ ਹੈ ਕਿ ਕੀ ਚੱਲ ਰਿਹਾ ਦੁਨੀਆ ਭਰ ਦੇ ਵਿੱਚ, ਕਿੰਨੀ ਕੁ ਮਿਲਟਰੀ ਪ੍ਰੀਪੇਅਰਡਨੈਸ ਹੈਗੀ ਹੈ ਸਾਡੀ। ਇਸ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਅਤੇ ਮੇਰਾ ਸਾਥ ਦੇਣਗੇ ਮੇਜਰ ਜਨਰਲ ਹਰਵੰਤ ਕ੍ਰਿਸ਼ਨ ਜੀ ਅਤੇ ਉਹਨਾਂ ਦੇ ਨਾਲ ਸਾਡੇ ਮਹਿਮਾਨ ਨੇ ਕਰਨਲ ਭੁਪਿੰਦਰ ਸਿੰਘ ਰਾਏ। ਸੋ ਦੋਨਾਂ ਦਾ ਹੀ ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਨਰਲ ਸਾਹਿਬ, ਗੁੱਡ ਮਾਰਨਿੰਗ, ਵੈਲਕਮ ਟੂ ਦ ਪ੍ਰੋਗਰਾਮ। Good morning, Harpreet. Good morning to your listeners also. ਥੈਂਕ ਯੂ ਸਰ, ਥੈਂਕਸ ਫॉर ਯਰ ਟਾਈਮ। ਅਤੇ ਕਰਨਲ ਸਾਹਿਬ, ਤੁਹਾਡਾ ਵੀ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਵਿੱਚ। ਥੈਂਕ ਯੂ ਜੀ, ਥੈਂਕਸ ਅਲੋਟ ਐਂਡ ਸਾਰਿਆਂ ਦਾ ਸਵਾਗਤ ਹੈ ਮੇਰੇ ਵੱਲੋਂ ਵੀ ਐਂਡ ਗ੍ਰੀਟਿੰਗਸ ਟੂ ਆਲ ਦ ਕੈਨੇਡੀਅਨਸ ਹੂ ਆਰ ਲਿਸਨਿੰਗ ਟੂ ਯੂਅਰ ਵੰਡਰਫੁਲ ਸ਼ੋ। ਥੈਂਕ ਯੂ ਜੀ। ਸੋ ਜਨਰਲ ਸਾਹਿਬ, ਸ਼ੁਰੂ ਕਰਦੇ ਜੀ ਤੁਹਾਡੇ ਤੋਂ। ਵਾਟ ਡੂ ਯੂ ਥਿੰਕ ਕਿ ਜਿਹੜੀਆਂ ਕੰਟਰੀਜ਼ ਦੀ ਜਦੋਂ ਅਸੀਂ ਗੱਲ ਕਰਨੇ, ਖਾਸ ਤੌਰ 'ਤੇ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਜਿਹੜਾ ਜਿਓ ਪੋਲੀਟੀਕਲ ਸਿਨੈਰੀਓ ਹੈਗਾ ਉਸ ਦੇ ਵਿੱਚ ਕਾਫੀ ਗੱਲਬਾਤ ਚੱਲ ਰਹੀ ਹੈਗੀ ਹੈ। ਯੂਰਪ ਵਿੱਚ ਵੀ ਅਸੀਂ ਈਵਨ ਕੈਨੇਡਾ 'ਚ ਬੈਠੇ ਹੋਏ ਦੇਖ ਰਹੇ ਹਾਂ ਕਿ ਦੇਰ ਇਜ਼ ਅ ਟਾਕ ਦੈਟ ਵੀ ਸ਼ੁੱਡ ਅਪ ਸਪੈਂਡ ਆਰ ਮਿਲਟਰੀ ਸਪੈਂਡਿੰਗ। ਸੋ ਕੀਪਿੰਗ ਦੀਜ਼ ਸਰਕਮਸਟੈਂਸਿਸ ਇਨ ਮਾਈਂਡ, ਹਾਊ ਡੂ ਯੂ ਥਿੰਕ ਕੰਟਰੀਜ਼ ਰੈਂਕ ਇਨ ਟਰਮਸ ਆਫ ਮਿਲਟਰੀ ਪਾਵਰ ਟੂਡੇ ਐਂਡ ਕੀ ਮੈਟ੍ਰਿਕਸ ਨੇ ਜਿਹਦੇ ਨਾਲ ਅਸੀਂ ਡਿਟਰਮਿਨ ਕਰਦੇ ਹਾਂ ਮਿਲਟਰੀ ਸਟਰੈਂਥ? ਤੇ ਜਿਹੜੇ ਹੈਗੇ ਨਾ ਪੈਰਾਮੀਟਰਸ, these parameters are laid down by various think tanks. ਜੀ। ਪਰ ਜੋ basic parameters ਜਿਹੜੀਆਂ ਹੈਗੀਆਂ ਨਾ, they are things like what is the strength of the military, how big is the military, what is the trained manpower available with that military, the financial resources, the material resources, the industrial output, the military weapons and equipment that are held with that military, its intelligence network, its battle. You can add the battle experience to it. You can also add to it what kind of allies that military has, and how long can it sustain itself in a war. Right. And these are the basic parameters on which think tanks, put militaries in a capable, how capable they are, in which order. ਜੀ। ਸੋ ਅਲਾਇੰਸਿਸ ਜਿਸ ਤਰ੍ਹਾਂ ਬਦਲ ਰਹੇ ਹੈਗੇ ਨੇ ਹੁਣ, ਖਾਸ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਬਾਈਪੋਲਰ ਵਰਲਡ ਤੋਂ, ਜਿਹਦੇ 'ਚ ਕਿ ਅਮਰੀਕਾ ਅਤੇ ਰਸ਼ੀਆ ਦਾ ਹੀ ਹਮੇਸ਼ਾ ਹੀ ਡੋਮੀਨੈਂਸ ਰਹੀ ਹੈਗੀ ਹੈ। ਜਦੋਂ ਅਸੀਂ ਕੈਨੇਡਾ ਦੀ ਗੱਲ ਕਰਨੇ ਹਾਂ, ਇੰਡੀਆ ਦੀ ਗੱਲ ਕਰਨੇ ਹਾਂ,
ਜਾਂ ਅਸੀਂ ਹੁਣ ਰਸ਼ੀਆ ਚਾਈਨਾ ਦੀ ਗੱਲ ਕਰਦੇ ਹਾਂ, ਤਾਂ ਇਹ ਜਿਹੜੇ ਜੀਓਪੋਲੀਟੀਕਲ ਸਿਨੈਰੀਓ ਚੇਂਜ ਹੋ ਰਿਹਾ ਹੈ ਕਿ ਇਹਦੇ ਵਿੱਚ ਕਿੰਨੀ ਕੁ ਪ੍ਰੀਪੇਅਰਡਨੈਸ ਹੈਗੀ ਹੈ ਸਾਡੇ ਮੁਲਕਾਂ ਦੀ, ਖਾਸ ਤੌਰ ਤੇ ਕੈਨੇਡਾ ਜਾਂ ਇੰਡੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ? See, when you see these capabilities, you have to see as a whole which are these groups. Now you mentioned the bipolar world. Now the USA has got a reach all across the globe. It has its influence with many countries. So many are strong allies. Some are friends. Some are just in a supporting role. And some are dependent on USA, and therefore, they support the USA. So all these things have to be, taken into account when you see the geopolitical, situation across the globe. Similarly, if you see the other side, now Russia has friends like China, North Korea. Then it has its influence. It is establishing its influence in, say, Africa, in South America, in Asia. In any case, it has. So all these things are, interconnected. And overall, I think your question was what is to be spent, how to raise the capabilities. Right, and where do we stand when it comes to Canada or India? ਜਦੋਂ ਮਿਲਟਰੀ ਪਾਰ ਦੀ ਅਸੀਂ ਗੱਲ ਕਰਨੇ, ਦੁਨੀਆ 'ਚ ਅਸੀਂ ਕਿੱਥੇ ਖਲੋਤੇ ਹੋਏ ਹਾਂ? See, the top power today is, of course, USA, no doubt about that. Next, you can, say China, Russia, and India in that order. As far as India is concerned, it has never had very, great ambitions of going beyond its borders. And so also Canada. Canada is, of course, fairly dependent on USA for its security. In any case, it does not have any threat from any direction whatsoever. All it can do is give support to NATO or to USA in its influence across the globe. Right. It does not have any threat, and nor does it have any ambitions to go out and cause problems in the world. Right, absolutely. But right now, ਸਾਡੇ ਨਾਲ ਜੀ ਕਰਨਲ ਭੁਪਿੰਦਰ ਸਿੰਘ ਰਾਏ ਵੀ ਸ਼ਾਮਲ ਹੈਗੇ ਨੇ, ਜਿਹੜੇ ਕਿ ਇੰਡੀਆ ਦੇ ਵਿੱਚ ਇੰਸਟਰਕਟਰ ਸਨ, ਮਿਲਟਰੀ ਪੁਲਿਸ ਵਿੱਚ ਰਹਿ ਕੇ ਆਏ ਨੇ। ਇਹਨਾਂ ਨੂੰ ਵੀ ਮੈਂ ਸ਼ਾਮਲ ਕਰਨਾ ਜਨਰਲ ਸਾਹਿਬ। ਸੋ ਜਿਸ ਤਰ੍ਹਾਂ ਜਨਰਲ ਸਾਹਿਬ ਨੇ ਗੱਲ ਕੀਤੀ, ਸਾਡਾ ਕੈਨੇਡਾ ਦਾ ਕਰਨਲ ਸਾਹਿਬ ਇਹ ਸ਼ੌਂਕ ਨਹੀਂ ਰਿਹਾ ਹੈਗਾ ਕਿ ਅਸੀਂ ਬਾਹਰ ਵਾਲੇ ਪਾਸੇ ਦੇਖੀ, ਲੇਕਿਨ ਹੁਣ ਜਿਸ ਤਰੀਕੇ ਨਾਲ ਸਿਚੁਏਸ਼ਨ ਚੇਂਜ ਹੋ ਰਹੀ ਹੈ, ਅਤੇ ਖਾਸ ਤੌਰ 'ਤੇ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ ਕਿ ਕੈਨੇਡਾ ਨੂੰ 51st ਸਟੇਟ ਬਣਾ ਲੈਣਾ ਹੈਗਾ, ਗਵਰਨਰ ਵਜੋਂ ਬਾਰ-ਬਾਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਹਨਾਂ ਨੇ ਐਡਰੈਸ ਕੀਤਾ, ਅਤੇ ਨਾਲ ਜਿਹੜਾ ਇਹ ਕਿਹਾ ਜਾ ਰਿਹਾ ਕਿ ਡਿਫੈਂਸ ਸਪੈਂਡਿੰਗ ਜਿਹੜੀ ਇਸ ਨੂੰ ਅਪਲਿਫਟ ਕਰੋ, ਨਹੀਂ ਤਾਂ ਨੇਟੋ ਤੋਂ ਵਿਡਰੋ ਕਰ ਸਕਦੇ ਨੇ। ਸੋ ਉਹਦਾ ਕੀ ਤੁਸੀਂ ਸਮਝਦੇ ਹੋ ਜਿਹੜਾ ਇੰਪੈਕਟ ਹੈਗਾ ਇੱਥੇ ਕੈਨੇਡਾ ਵਿੱਚ? ਸਾਨੂੰ ਕੀ ਕਰਨ ਦੀ ਲੋੜ ਹੈਗੀ ਜਿਹਦੇ ਨਾਲ ਕਿ ਅਸੀਂ ਖਾਸ ਤੌਰ 'ਤੇ ਜਦੋਂ ਆਰਕਟਿਕ ਦਾ ਇਲਾਕਾ ਜਿਹੜਾ ਸਾਡਾ ਹੈ ਉੱਥੇ ਆਈਸ ਮੈਲਟ ਹੋ ਰਹੀ ਹੈ, ਅਤੇ ਅੱਗੇ ਕਿਹਾ ਜਾ ਰਿਹਾ ਕਿ ਦੈਟ ਵਿਲ ਬੀ ਅ ਮੇਜਰ ਟ੍ਰੇਡ ਰੂਟ, ਕੀ ਤੁਸੀਂ ਸਮਝਦੇ ਹੋ ਇੱਥੇ ਚੱਲ ਰਿਹਾ? ਤੁਹਾਡਾ ਜਿਹੜਾ ਕੁਐਸਚਨ ਹੈ ਬਹੁਤ ਹੀ ਜ਼ਿਆਦਾ ਰੈਲੇਵੈਂਟ ਹੈਗਾ ਅੱਜ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ। ਬੇਸਿਕਲੀ ਇਫ ਵੀ ਸੀ ਦੈਟ ਨਾ ਕੋਈ ਵੀ ਨੈਸ਼ਨਲ ਪਾਵਰ ਹੈਗੀ ਆ, ਤਾਂ ਨੈਸ਼ਨਲ ਪਾਵਰ ਦੇ ਵਿੱਚ ਆਲ ਯੂਰ ਇੰਟਰਸਟਸ ਇਨ ਦਾ ਇੰਟਰਨੈਸ਼ਨਲ ਵਾਟ ਐਵਰ ਯੂਰ ਰਿਲੇਸ਼ਨਸ ਆਰ, ਦੇ ਆਰ ਓਨਲੀ ਪਰਮਾਨੈਂਟ। ਜੀ। So if you think that USA is your, ally, that was a correct perception by Canada. So that has been broken, and they have now shaken up and woken up. Right. Yes, that is now the international relations they work. So as far as this index of, if we see the data, index of military power, USA in the world is number 1. Russia, after this becoming this war and all with Ukraine, it has come now from 2nd position to 3rd position. Okay. And Canada has now risen from 3rd to 2nd. Sorry, China. Okay. China has risen from 3rd to 2nd. India still remains at 4th. And as far as Canada is concerned, in the world, it is 28th now. Okay. So we are in Canada, we are very, very far behind from this. And if we see the data of, defense spendings, so USA is number 1 with $916 billion expenditure per year on their defense forces. Okay. Whereas, India, we are 4th. We are spending $83.6 billion on our defense spendings. Right. However, Canada, it is 16th in the world. So that they are spending only 27.2 billion on their defense spendings. Okay. That is 1.3% of their GDP.
ideally is in this whenever we go in for the defense and all, we generally say it should be more than 2%. 2.5 to 3%. Okay. So Canada is spending only 1.3%. Right. So Canada has now woken up. So now they have to do a lot of adjustment in their budgets. And in the second thing, if we see this, if we compare the military power. जी So now, like if we see the active military personnel in their forces of America. जी So they have got 1.3 million. Okay. Whereas India has got 1.3. They have got 1.13, 1.3 only lakh. Okay. Whereas India is 1.3 million. And if we see the Canada, they are got only 95,000 Okay. defense forces. That include their reserves also. Okay. So they have to step up their defense spendings. They have to do a lot for which I think after elections they have to do it. ਜਨ ਸਾਹਿਬ ਮਿਲਟਰੀ ਅਲਾਈਐਂਸਿਸ ਦੀ ਜਦੋਂ ਗੱਲ ਕਰਦੇ ਹੈਗੇ ਆ ਜਿਹਦੇ 'ਚ ਕਿ ਨੇਟੋ ਦਾ ਗੱਲ ਕਰਨੇ ਅਸੀਂ ਜਾਂ ਕੁਆਡ ਦੀ ਗੱਲ ਕਰੀਏ ਜਾਂ ਆਸਟ੍ਰੇਲੀਆ ਤੇ US ਦੀ ਜਦੋਂ ਗੱਲ ਕਰਦੇ ਹਾਂ ਆਕਸ ਜਿਹਨੂੰ ਅਸੀਂ ਕਹਿੰਦੇ ਆ ਇਹ ਕੰਟਰੀ ਦੀ ਪਾਰ ਰੈਂਕਿੰਗ ਨੂੰ ਕਿਵੇਂ ਇੰਪੈਕਟ ਕਰਦੇ ਨੇ ਇਫੈਕਟ ਕਰਦੇ ਹੈਗੇ ਨੇ See, this is, you require mutual support, no matter how big your military is. For Ji. example, USA is a, very powerful military. Yet it requires some mutual support. Somebody to protect its flanks, somebody to secure uncovered areas, Right. or to deny to the adversary certain areas. And no matter how powerful you are, just to give you example from the sports, say if you're a great soccer player, say you're Lionel Messi, for example, you're the best striker in the world, but you can't go and score a goal by yourself. Absolutely require support. You still need a good forward line Ji. and a good defense. So similarly, all these, like NATO, Quad, AUKUS that you mentioned, they are basically, alliances which will help the main force to achieve its objectives. Okay. And ਉਹਦੇ ਵਿੱਚ no doubt America has been, as you both have said, traditionally dominant military force ਰਹੀ ਹੈਗੀ ਏ ਪਰ ਕੀ ਹੋਰ ਦੇਸ਼ ਜਿਹੜੇ ਹੈਗੇ ਨੇ ਉਹ ਚੈਲੰਜ ਕਰ ਸਕਦੇ ਨੇ ਅੱਜ ਦੇ ਯੁੱਗ ਵਿੱਚ ਸੁਪਰੀਮੇਸੀ ਜਿਹੜੀ ਅਮਰੀਕਾ ਦੀ ਹੈਗੀ ਏ ਜਿਸ ਤਰ੍ਹਾਂ ਰਸ਼ੀਆ ਤੇ ਚਾਈਨਾ ਦਾ ਜ਼ਿਕਰ ਚੱਲ ਰਿਹਾ ਹੈਗਾ ਕਿ ਦੇ ਕੈਨ ਜੁਆਇਨ ਹੈਂਡਸ ਐਂਡ ਸਪੈਸ਼ਲੀ ਨਾਓ ਅੰਡਰ ਪ੍ਰੈਜ਼ੀਡੈਂਟ ਟਰੰਪ ਅਸੀਂ ਦੇਖ ਰਹੇ ਹਾਂ ਕਿ ਰਸ਼ੀਆ ਦੇ ਨਾਲ ਹੱਥ ਫਰੈਂਡਸ਼ਿਪ ਦਾ ਵਧਾਇਆ ਜਾ ਰਿਹਾ ਸੋ ਇਸ ਦੇ ਨਾਲ ਸਮੀਕਰਨ ਜਿਹੜਾ ਹੈਗਾ ਕਿਵੇਂ ਬਦਲਦਾ ਹੈਗਾ ਮਿਲਟਰੀ ਸਟ੍ਰੈਟਜੀਜ਼ ਦਾ ਤੇ ਪੋਲਿਟਿਕਸ ਦਾ See, you asked which country is the great challenger for against USA? Ji. China obviously is the automatic answer. China, along with Russia, and it has got, of course, North Korea, and China also has established its influence in various other parts of the world, Ji. like Asia, Africa, South America, and also in various ocean areas. So it has a very powerful navy. Its industrial base is very strong. Right. So it's the biggest manufacturing hub in the world. So all these, and another very important aspect about China is decision making is very quick. Unlike in democratic countries, where if you have to take a big decision, it goes through through the parliament or through various study teams and so on, and it takes years to take a decision. Right. Whereas in China, you can take a decision within 24 hours. So that's a great advantage that China has, and to some extent Russia as well. Ji. So therefore, these are the countries which can challenge the USA a lot. As yet, USA is definitely very dominant. Right. And it's not very easy to sort of browbeat the US military. ਓਕੇ ਕਰਨ ਸਾਹਿਬ ਤੁਸੀਂ ਕੀ ਸਮਝਦੇ ਹੋ ਜੀ ਜਿਸ ਤਰ੍ਹਾਂ ਜਨਰਲ ਸਾਹਿਬ ਨੇ ਗੱਲ ਕੀਤੀ ਹੈਗੀ ਹੈ ਕਿ ਅਮਰੀਕਾ ਅਜੇ ਵੀ ਸੁਪਰੀਮ ਹੈਗਾ ਭਾਵੇਂ ਇਹ ਅਲਾਇੰਸਿਸ ਜਿਹੜੇ ਚੱਲ ਰਹੇ ਨੇ ਪਰ ਇਕੱਲੇ ਰਹਿ ਕੇ ਵੀ ਤੁਸੀਂ ਕੁਝ ਬਹੁਤਾ ਨਹੀਂ ਕਰ ਸਕਦੇ ਖਾਸ ਤੌਰ 'ਤੇ ਜਿਹੜਾ ਨੇਟੋ ਤੋਂ ਬਾਹਰ ਨਿਕਲਣ ਦੀ ਥ੍ਰੈਟ ਦਿੱਤੀ ਗਈ ਹੈਗੀ ਹੈ ਉਹਦੇ ਨਾਲ ਤੁਸੀਂ ਕੀ ਸਮਝਦੇ ਕਿ ਯੂਰਪ ਇੱਕ ਬੜਾ ਮੇਜਰ ਅਲਾਇੰਸ ਰਿਹਾ USA ਦਾ ਪਰ ਇਹ ਥ੍ਰੈਟਸ ਦੇ ਕੇ ਨਿਕਲਦੇ ਨੇ ਕਿ ਨਹੀਂ ਨਿਕਲਦੇ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹਦੇ ਨਾਲ ਕੀ ਇੰਪੈਕਟ ਪੈ ਸਕਦਾ ਯੂਰਪੀਅਨ ਜਿਹੜੀ ਪ੍ਰੀਪੇਅਰਡਨੈਸ ਹੈਗੀ ਹੈ ਮਿਲਟਰੀ ਦੀ
ਦੇਖੋ if we see the NATO ਵਾਲਾ ਆਪਣਾ part, the NATO ਦਾ main ਜਿਹੜਾ ਹੈਗਾ main head is the USA only. ਜੀ So without that, NATO will not survive. So they have already tried it. They, ਆਪਣੇ ਜੋ ਹੈਗੇ ਇੱਥੇ ਦੇ PM, he also went to UK. ਜੀ And he carried out a discussion with the NATO, keeping USA out. ਯਾ But they realized that it is impossible because if you see the naval fleet, ਜੀ naval fleet is the one, whenever you want to, rule the world, you should have a strong navy. ਜੀ That is how UK, it ruled complete, world. ਐਬਸੋਲੂਟਲੀ Now it is USA, they have got 440 ships, the fleet. ਅੱਛਾ But China has understood this 15 years back and they started, doing their, naval everything. So right now they have got 754, ships. ਚਾਈਨਾ ਦੇ 754 754, they are Achha. first in the world now. Okay. And whereas now USA is second. Okay. However, the aircraft carriers, which is the main, projection of your power, China has got only 3, whereas USA has got 11. ਅੱਛਾ So, but if we see that whatever is happening right now with the, changing of lot of stance by Trump, that is basically only to, shake up them on the basis of economy only. That you spend more on defense. You spend on defense because he wanted Canada to increase defense spending in NATO to at least 2%. That's right. So right now they are only able to do it 1.3 to 1.8%. Ji. So he wanted, Canada to spend up to do is more and more for NATO. So basically shake up call ਹੈਗੀ ਇਹ ਧਮਕੀ This is the shape, but it has got lot of backup of data. He has already worked this lot of thing before speaking. If we only say that Trump is only speaking without anything, no, he has been briefed by everybody. He knows what he is speaking. So that is why when this Prime Minister of Canada, he went to UK and they carried out the assessment of NATO without USA. Then they thought that no, it is not possible. ਤੇ ਕੈਨੇਡਾ ਦਾ ਕੀ ਹਾਲ ਹੈ ਜੀ ਇੱਥੇ ਅਸੀਂ ਸ਼ਿਪਸ ਦੀ ਗੱਲ ਕਰਨੇ 에ਅਰਕ੍ਰਾਫਟ ਦੀ ਗੱਲ ਕਰਦੇ ਹੈਗੇ ਹਾਂ ਸਾਡੇ ਕੋਲ ਕਿੰਨਾ ਕੁ yes if we see ਆਪਣਾ ਜਿਹੜਾ ਕੋਸਟਲ ਬਾਰਡਰ ਹੈ ਕੈਨੇਡਾ ਦਾ that is 14,500 ਕਿਲੋਮੀਟਰ ਠੀਕ so it has got only 73 ships ਅੱਛਾ whereas China has got 754, India has got 293 ships. ਅੱਛਾ And if we see the aircraft carriers, India's got basically 2 right now, and Canada's got nothing at all. ਅੱਛਾ And if we submarine, which is the main potent power in the In a war. in war, USA has got 70, and China has got 61, India has got 18, even Pakistan has got 8, Achha. China and Canada has only 4. So they have to actually wake up. And when I already spoken about this index power of military, Canada is in world 28th because they always thought that we don't have any challenge. Right. So now they have got 4-5 border issue with USA also. That's right. So if USA says that no, you become our 51 state, that is a major challenge. ਜਨ ਸਾਹਿਬ ਤੁਸੀਂ ਕੀ ਸੋਚਦੇ ਹੋ ਵਾਟ ਡੂ ਯੂ ਥਿੰਕ ਕਿ ਕੀ ਇਹ ਧਮਕੀਆਂ ਨੇ ਡੋਨਲਡ ਟਰੰਪ ਵੱਲੋਂ ਤੇ ਕੀ ਵਾਕਿਆ 'ਚ ਹੀ ਯੂਰਪ ਜਾਂ ਹੋਰ ਜਿਹੜੇ ਮੁਲਕ ਨੇ ਹੁਣ ਆਪਣੀ ਡਿਫੈਂਸ ਸਪੈਂਡਿੰਗ ਵਧਾ ਦੇਣਗੇ See, going back to what was just being discussed, ਜੀ now, see, US withdrawing from NATO is just conjecture. Okay. ਇਸ ਤਰ੍ਹਾਂ ਜਲਦੀ ਨਾਲ ਇਹੋ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ ਹੈ ਜੀ See, now there's this war going on, Ukraine war is going on, which will get over in the next few weeks and months. ਜੀ Definitely. And after that, NATO will have to reset its objectives. Because thereafter, the threat to Europe will be very, very minimal, ਜੀ especially if Russia is made quite comfortable, which is most likely to happen. The main issue now, if USA leaves NATO, as Colonel Saab has also mentioned very well, is the leadership role. There is no country which can take on the leadership role Right. which USA was providing so far. And So it's mostly a threat you feel you feel it's mostly a threat that Trump is giving to it is just a threat. My sense is Trump is very boisterous in talking, but he's very soft-hearted. Canada does not have to worry about all these threats. Even of tariffs, they don't have to worry. Ji. I think the two commerce ministers and secretaries will sit down and sort it out.
Personally, my sense is these are just, keep, needling people so that they can move a little fast. ਜੀ ਓਕੇ ਸੋ Yeah, that's my sense. Huh? ਰਾਈਟ ਬਟ ਰਾਈਜ਼ਿੰਗ ਗਲੋਬਲ ਟੈਂਸ਼ਨਸ ਜਿਹੜੀਆਂ ਹੈਗੀਆਂ ਨੇ ਤੁਸੀਂ ਉਸ ਨਾਲ ਸਮਝਦੇ ਹੋ ਕਿ ਵਰਲਡ ਵਾਰ 3 ਦੀ ਨੀਂਹ ਜਿਹੜੀ ਉਹ ਰੱਖੀ ਜਾ ਰਹੀ ਹੈ I don't think there is any such, threat in the near or even foreseeable future. What will happen is there will be conflicts in volatile regions such as the Middle East. There will be some, separatist movements in various countries. There will be there will be terrorist operations and counter-terrorism. These are the things which will carry on happening for the next several years, you can say. But as far as the war is concerned, I don't think so. And if at all there will be any war, it will be kind of a cyber war or economic war. Right. And of course, people even talk about space war, which is of course very fictional, since there are a lot of agreements and regulations which exist. So there is nothing to worry as such. And even as far as Canada is concerned, it doesn't have to worry because there is no threat from any direction to its territory. USA continues to be its best friend. There is no two other countries which are the best of friends in this world other than Canada and USA, and that will continue. Right. Okay, interesting. That's my sense. That's interesting. Colonel ਸਾਹਿਬ ਤੁਸੀਂ ਐਡ ਆਨ ਕਰਨਾ ਚਾਹੋਗੇ ਕੋਈ ਜਨਰਲ ਸਾਹਿਬ ਨੇ ਜੋ ਗੱਲ ਕਹੀ ਹੈ ਹਾਂਜੀ ਇੱਥੇ ਵੀ ਇਸ ਤਰ੍ਹਾਂ ਹੈ ਕਿ if I wear my coat of as a defense analyst, then I will agree with General Saab Right. fully. But my other passion is also going to astrology and all. Okay. If I see that in the future, then I will say now after coming years is going to be World War 3. Okay, so, that's interesting. So this is so ਇਹ ਤੁਸੀਂ ਹੁਣ ਇੱਕ ਹੋਰ ਐਂਗਲ ਹੈ ਜਿਹੜਾ ਐਸਟ੍ਰੋਲੋਜੀ ਦਾ ਇਹ ਕਿਸ ਦਿਨ ਹੋਰ ਅਸੀਂ ਡਿਸਕਸ ਕਰਾਂਗੇ ਪਰ ਜਿਹੜੇ ਹੁਣ ਕਨੈਕਸ਼ਨਸ ਹੋ ਰਹੇ ਨੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਜਿਸ ਤਰ੍ਹਾਂ ਅਮਰੀਕਾ ਰਸ਼ੀਆ ਨਾਲ ਲੱਗ ਰਿਹਾ ਜਿਹੜੇ 4 ਸਾਲ ਨੇ ਇਹਦੇ ਵਿੱਚ ਕੁਝ ਬਿਹਤਰੀ ਵਾਲੇ ਪਾਸੇ ਜਾਏਗੀ ਹੁਣ ਸੀਜ਼ ਫਾਇਰ ਦੀ ਅਨਾਉਂਸਮੈਂਟ ਹੋ ਗਈ ਯੂਕਰੇਨ ਨਾਲ ਤੇ ਮੇਜਰ ਵਾਰ ਜਿਹੜੀ ਸੀ ਉਹ ਸ਼ਾਇਦ ਰੁਕ ਜਾਏ ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਗਾਜ਼ਾ ਸਟ੍ਰਿਪ ਦੇ ਉੱਤੇ ਬੰਬਾਰੀ ਹੋਰ ਵੱਧ ਗਈ ਹੈਗੀ ਏ ਇਜ਼ਰਾਈਲ ਗਾਜ਼ਾ ਦਾ ਜਿਹੜਾ ਮੁੱਦਾ ਹੈਗਾ ਇਹ ਤਾਂ ਨਹੀਂ ਹੋਰ ਕਨਫਲਿਕਰੇਟ ਹੋ ਜਾਏਗਾ ਹਾਂਜੀ ਇਹਦੇ ਵਿੱਚ ਇਫ ਯੂ ਸੀ ਦਾ ਮੇਨ ਥਿੰਕਿੰਗ ਆਫ ਟਰੰਪ ਇਜ਼ ਓਨਲੀ ਬਿਜ਼ਨਸ ਐਂਡ ਬਿਜ਼ਨਸ ਰਾਈਟ ਐਂਡ ਇਫ ਹੀ ਅਗਰ ਉਹ ਸੋਚ ਰਿਹਾ ਕਿ ਰਸ਼ੀਆ ਨੂੰ ਆਪਣਾ ਮਨਾ ਕੇ ਇਹਨੂੰ ਆਪਣਾ ਰੋਕ ਲੈਂਦਾ ਹੈਗਾ ਪਰ ਉਹਦੇ ਵਿੱਚ ਵੀ ਹਿਸ ਇੰਟਰਸਟ ਇਨ ਯੂਕਰੇਨ ਦੇ ਸਾਰੇ ਜਿੰਨੇ ਵੀ ਮਿਨਰਲ ਹੈਗੇ ਰਿਸੋਰਸਿਸ he's talking about that. Right. You do the ceasefire, then I will send my army there, and whatever US ਨੇ ਤੁਹਾਡੇ ਉੱਪਰ spending ਕੀਤਾ in lieu of that, we want that. Right. Similarly, when we go to this conflict in Gaza, ਉਹਦੇ ਵਾਸਤੇ ਵੀ Trump is very very clear. He said ਕਿ I don't want any war there, but he want this complete territory to be under US. So he wanted to have that real estate. Right. And then he wanted ਸਾਰਾ ਕੁਝ ਉੱਥੇ build up ਹੋ ਦੁਬਾਰਾ ਜਾਵੇ develop ਹੋਵੇ but ਉਹਦਾ ਪੂਰਾ ਦਾ ਪੂਰਾ benefit he wants. Right. So if we think that way, that is a very very we should call it very very selfish approach. Because whenever we speak about gross national power, तो ਉਹ ਤੋਂ ਪਹਿਲਾਂ ਵੀ ਜਿੰਨੇ ਸੀਗੇ ਓਬਾਮਾ ਸੀਗੇ ਐਂਡ ਜੋ ਵੀ ਆਪਣੇ ਪਹਿਲਾਂ ਵਾਲੇ ਸੀਗੇ ਜੋ ਬਾਈਡਨ ਐਂਡ ਸਾਰੇ ਇਹਨਾਂ ਵਾਸਤੇ there are very very well defined parameters like GNP should be your location, geographical ਤੁਹਾਡੀ location ਕੀ ਹੈ, how much you have got the economic power, defense power, diplomacy. Right. ਉਹਨਾਂ ਨੇ ਕੀ ਕੀਤਾ ਸਭ ਤੋਂ ਉੱਪਰ ਆਪਣਾ ਰੱਖਿਆ economics and diplomacy. ਹੁਣ ਟਰੰਪ ਦੇ ਆਉਣ ਨਾਲ ਸਭ ਕੁਝ ਉਲਟਾ ਪੁਲਟਾ ਹੋ ਗਿਆ. he only want business and business. Right. And he is doing the business with the stick. He's showing his might also and business also. Diplomacy has gone for a 6. That's right. So he's not bothered about diplomacy. So in whenever we speak about any world affair, diplomacy is very very important. It should not be ignored. Absolutely, no doubt about it. ਤੁਸੀਂ ਗੱਲ ਕਰਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਚਾਈਨਾ ਪਾਕਿਸਤਾਨ ਦਾ ਇਕੱਠਾ ਹੋਣਾ ਕਿੰਨਾ ਕੁ ਸਾਡੇ ਲਈ ਖਤਰਨਾਕ ਹੈਗਾ ਕਿ ਕੀ ਇੰਡੀਆ ਇਜ਼ ਰੈਡੀ ਟੂ ਫੇਸ ਇਨ ਕੇਸ ਦੇਰ ਇਜ਼ ਅ ਵਾਰ Well, khatarnak is a very big word, but I think they are quite a big headache. These countries have been a big headache. As they say, it's difficult to choose your neighbors once you're there. But otherwise, as far as our military is concerned, I think it's the most versatile military India has anywhere in the world. It is number one in its military leadership on the battlefield. No other military is equal to that.
nor is any military as battle hardened as the Indian military. Right. As you've seen right from 1947 onward, they have been continuously on battlefields of some kind of the other. जी. So it is so battle hardened, and the adversaries know very well. Right. दूसरी very important aspect is the terrain. See, China, as we know, is a powerful military ਹੈਗੀ ਹੈ ਉਹਨਾਂ ਦੀ. जी. But they are going to be fighting in the mountains. It is very difficult. We might lose one peak and we might gain 2 or 3 peaks. It will be like that. There will be no big outcome in that war. As far as Pakistan is concerned, we can just steamroll there. There is no worry about that. Okay. So I think the Indian military is very, very strong, and especially now that it's becoming self-dependent in various aspects of defense production, as also its economy is becoming strong. So it can sustain itself for a very, very long time. Okay. Excellent. Yeah, and adversaries know about it, and they will not throw a challenge of this kind. Right. ਜਨਰਲ ਸਾਹਿਬ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ. ਥੈਂਕ ਯੂ ਫॉर योर टाइम ਸਰ. Thank you, Happy. Yeah. ਸੋ ਜਨਰਲ ਹਰਵੰਤ ਕ੍ਰਿਸ਼ਨ ਜੀ ਇਹਨਾਂ ਨੇ ਵੈਟਰਨਸ ਆਫੀਸਰ ਕਲੱਬ ਵੀ ਇੱਥੇ ਬਣਾਇਆ ਹੋਇਆ ਜੀ, ਜਿਸ ਵਿੱਚ ਕਿ ਬਹੁਤ ਸਾਰੇ ਫੌਜੀ ਜਿਹੜੇ ਹੈਗੇ ਨੇ ਉਹ ਜੁਆਇਨ ਕਰ ਰਹੇ ਨੇ, ਅਤੇ ਤੁਸੀਂ ਵੀ ਜੇਕਰ ਜੁਆਇਨ ਕਰਨਾ ਚਾਹੋ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ. ਅਤੇ ਅਖੀਰ ਦੇ ਵਿੱਚ ਕਰਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਜਨਰਲ ਸਾਹਿਬ ਨੇ ਗੱਲ ਕੀਤੀ, ਇੰਡੀਆ ਇਜ਼ ਸਟਰੋਂਗ ਨਾਓ, ਪਰ ਚਾਈਨਾ ਅਤੇ ਜਿਹੜਾ ਪਾਕਿਸਤਾਨ ਦੇ ਇਕੱਠੇ ਹੋਣ ਨਾਲ ਕਿੰਨਾ ਕੁ ਖਤਰਾ ਤੁਸੀਂ ਮਹਿਸੂਸ ਕਰਦੇ ਹੈਗੇ ਹੋ? ਦੇਖੋ ਇਸ ਤਰ੍ਹਾਂ ਹੈ, ਸਭ ਤੋਂ ਪਹਿਲਾਂ ਤਾਂ ਵੀ ਸ਼ੁੱਡ ਨੋ ਵਾਟ ਇਜ਼ ਦਾ ਓਵਰਆਲ ਏਮ. China, the aim is never India. Ji. They are thinking about becoming the superpower and bypassing USA. Right. So they have already set up their aim. By 2050 they wanted to be number one. With their advancement and their style of functioning, they have now preponed that this target to 2035. ਅੱਛਾ, 2050 ਤੋਂ 2035 ਤੇ ਆ ਗਏ ਉਹ. ਓਕੇ. ਤੇ ਮੋਸਟ ਲਾਈਕਲੀ ਦੇ ਆਰ ਸੇਇੰਗ ਕਿ ਵੀ ਵਿਲ ਬੀ ਏਬਲ ਟੂ ਅਚੀਵ ਇਟ ਬਾਈ 2029 ਨਾਓ. ਓਕੇ. Because they are moving so fast, and they are they have which is also called TTP. They have got so many sleeper cells all across all world, everywhere. Ji. So any time they can activate and do a lot of cyber attacks and become superpower. But as of now they are not. They are only concerned about that. They wanted to contain India economically. Ji. They don't want कि साडा economically India should be so strong that it become a challenge to them. Right. So for that they have now, instead of fighting directly with them, they can always pay to someone else like Pakistan. Okay, on our behalf you keep them engaged. ਠੀਕ. So now Pakistan itself has now got embroiled and engaged in Balochistan. So now we are okay, and already ਜਿੱਦਾਂ ਹੁਣ ਦੱਸਿਆ ਜਨਰਲ ਸਾਹਿਬ ਨੇ, we are one of the battle hardened army. ਜੀ. So there is no this thing. Nothing to worry. Nothing to worry. ਵੰਡਰਫੁਲ ਜੀ. ਥੈਂਕ ਯੂ ਟੂ ਬੋਥ ਆਫ ਯੂ ਜੀ, ਸਮਾਂ ਕੱਢ ਕੇ ਇੱਥੇ ਆ ਕੇ ਕਰਨਲ ਸਾਹਿਬ ਤੇ ਜਨਰਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਦੇ ਇੱਥੇ ਤੁਸੀਂ ਆਏ ਤੇ ਸਾਨੂੰ ਦੱਸਿਆ ਕਿ ਕੀ ਹਾਲ ਹੈ ਇਸ ਸਮੇਂ ਦੁਨੀਆ ਭਰ ਦੇ ਵਿੱਚ ਮੁਲਕਾਂ ਦਾ. ਬਹੁਤ ਬਹੁਤ ਧੰਨਵਾਦ. ਥੈਂਕ ਯੂ. Thank you, ji. Thank you.